मैं तेरे दुआरे, डूबे बेड़े तूते कैया दे तारे। आया मसीहा मैं तेरे दुआरे, डूबे बेड़े तूते कैया दे तारे। सदरक दमीर सक अबदन गोनू, बलदी पट्टी दे विच सुटिया जिनानू। सदरक दमीर सक अबदन गोनू, बलदी पट्टी दे विच सुटिया जिनानू। बची सी मसीहा ते तेरे सहारे, डूबे बेड़े तूते कैया दे तारे। आजे मसीहा ते तेरे सहारे, डूबे बेड़े तूते कैया दे तारे। आया मसीहा मैं तेरे दुआरे, डूबे बेड़े तूते कैया दे तारे। पतरस दिल दा बड़ा कमजोर सी, लिया कम अपना दे के ते जोर से। पतरस दिल दा बड़ा कमजोर सी, लिया कम अपना दे के ते जोर से। जेड़े शिकारियों ते बन गए प्यारे, डूबे बेड़े तूते कैया दे तारे। जेड़े शिकारियों ते बन गए प्यारे, डूबे बेड़े तूते कैया दे तारे। आया मसीहा मैं तेरे दुआरे, डूबे बेड़े तूते कैया दे तारे। आया मसीहा मैं तेरे दुआरे, डूबे बेड़े तूते कैया दे तारे। बाप ਅਤੇ ਬੇਟਾ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਸੰਤ ਨਿਕੋਲਸ ਨੂੰ ਯਾਦ ਕਰਦੇ ਹਾਂ। ਜੋ ਅਗਸਟੀਨੀਅਨ ਜਮਾਤ ਦਾ ਇੱਕ ਪੁਰੋਹਿਤ ਹੈ ਅਤੇ ਜਿਸ ਨੇ ਸ਼ਾਂਤੀ ਬਣਾਉਣ ਦੇ ਲਈ ਬਹੁਤ ਮਿਹਨਤ ਕੀਤੀ। ਉਹ ਇੱਕ ਬਹੁਤ ਵੱਡਾ ਪ੍ਰਚਾਰਕ ਵੀ ਸੀ। ਖੁਦਾ ਨੇ ਉਹਨੂੰ ਕਈ ਤਰ੍ਹਾਂ ਨਾਲ ਦਰਸ਼ਨ ਦਿੱਤੇ ਅਤੇ ਇਸ ਤਰ੍ਹਾਂ ਉਸ ਸੰਤ ਨੇ ਜੋ ਜ਼ਿੰਮੇਵਾਰੀ ਸੀ ਇਸ ਧਰਤੀ ਉੱਤੇ ਆਉਣ ਦੀ, ਖੁਦਾ ਦੇ ਰਾਜ ਨੂੰ ਸਥਾਪਿਤ ਕਰਨ ਲਈ, ਉਹ ਪੂਰੀਆਂ ਕੀਤੀ। ਅਸੀਂ ਵੀ ਸੰਤ ਨਿਕੋਲਸ ਵਾਂਗ ਖੁਦਾ ਦੀ ਮਰਜ਼ੀ ਨੂੰ ਪੂਰੀਆਂ ਕਰਨ ਲਈ ਬੁਲਾਏ ਗਏ ਹਾਂ। ਖੁਦਾ ਦੇ ਰਾਜ ਨੂੰ ਇਸ ਧਰਤੀ ਉੱਤੇ ਸਥਾਪਿਤ ਕਰਨ ਲਈ ਬੁਲਾਏ ਗਏ ਹਾਂ ਅਤੇ ਸ਼ਾਂਤੀ ਲਈ ਅਤੇ ਦੂਸਰਿਆਂ ਦੀ ਭਲਾਈ ਕਰਨ ਲਈ ਬੁਲਾਏ ਗਏ ਹਾਂ। ਆਓ ਅਸੀਂ ਆਪਣੀ ਬੁਲਾਹਟ ਨੂੰ ਜਾਣੀਏ ਅਤੇ ਪਹਿਚਾਨੀਏ ਅਤੇ ਜੇਕਰ ਅਸੀਂ ਖੁਦਾ ਦੀ ਮਰਜ਼ੀ ਨੂੰ ਪੂਰੀਆਂ ਕਰਨ ਵਿੱਚ ਨਾਕਾਮ ਰਹੇ ਹਾਂ ਤਾਂ ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਨੀ ਵਿੱਚ ਮਾਫੀ ਮੰਗਦੇ ਹੋਏ ਇਸ ਪਾਕ ਮਾਸ ਦੀ ਕੁਰਬਾਨੀ ਨੂੰ ਯੋਗ ਰੀਤੀ ਨਾਲ ਚੜਾਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਿੱਧੀ ਵਿੱਚ ਜੀਵਨ ਤੱਕ ਪਹੁੰਚਾਵੇ। ਆਮੀਨ।
ऐ प्रभु दया कर, ऐ प्रभु दया कर, ऐ मसीहा दया कर, ऐ मसीहा दया कर, ऐ प्रभु दया कर। ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ऐ खुदा ਸਾਡੇ ਬਾਪ, ਸਾਡੇ ਮੁਕਤੀਦਾਤਾ ਦਾ ਅਤੇ ਰੂਹ ਪਾਕ ਦਾ ਵਰਦਾਨ ਤੂੰ ਸਾਨੂੰ ਦਿੱਤਾ ਹੈ। ਆਪਣੇ ਗੋਦ ਲਏ ਬੱਚਿਆਂ ਉੱਤੇ ਤਰਸ ਨਾਲ ਵੇਖ, ਬਖਸ਼ ਦੇ ਕਿ ਯਿਸੂ ਮਸੀਹ ਉੱਤੇ ਈਮਾਨ ਲਿਆਉਣ ਵਾਲੇ ਸਾਰੇ ਲੋਕ ਸੱਚੀ ਆਜ਼ਾਦੀ ਅਤੇ ਸਦੀਵੀ ਵਿਰਸੇ ਨੂੰ ਹਾਸਲ ਕਰ ਸਕਣ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ। ਕੁਰੰਥੀਆਂ ਦੇ ਨਾਮ ਸੰਤ ਪੌਲੁਸ ਦਾ ਪਹਿਲਾ ਪੱਤਰ, ਉਸ ਦਾ 8 ਬਾਬ 1 ਤੋਂ 7 ਅਤੇ 11 ਤੋਂ 13 ਆਇਤ ਤੱਕ। ਹੁਣ ਮੂਰਤੀਆਂ ਦੇ ਸਾਹਮਣੇ ਚੜ੍ਹਾਏ ਭੋਜਨ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਗਿਆਨ ਰੱਖਦੇ ਹਾਂ, ਪਰ ਗਿਆਨ ਘਮੰਡੀ ਬਣਾਉਂਦਾ ਹੈ, ਜਦ ਕਿ ਪਿਆਰ ਉਸਾਰੀ ਕਰਦਾ ਹੈ। ਜੇਕਰ ਕੋਈ ਦਾਅਵਾ ਕਰਦਾ ਹੈ ਕਿ ਉਹਨੂੰ ਕੁਝ ਗਿਆਨ ਹੈ, ਤਾਂ ਉਹ ਅਜੇ ਤੱਕ ਓਨਾ ਨਹੀਂ ਜਾਣਦਾ ਜਿੰਨਾ ਕਿ ਉਸ ਨੂੰ ਜਾਣਨਾ ਚਾਹੀਦਾ ਹੈ। ਪਰ ਜੋ ਕੋਈ ਖੁਦਾ ਨੂੰ ਪਿਆਰ ਕਰਦਾ ਹੈ, ਉਹ ਖੁਦਾ ਤੋਂ ਪਛਾਣਿਆ ਜਾਂਦਾ ਹੈ। ਇਸ ਲਈ ਮੂਰਤੀਆਂ ਅੱਗੇ ਚੜ੍ਹਾਏ ਭੋਜਨ ਦੇ ਖਾਣ ਬਾਰੇ ਅਸੀਂ ਜਾਣਦੇ ਹਾਂ ਕਿ ਸੰਸਾਰ ਵਿੱਚ ਮੂਰਤੀਆਂ ਦੀ ਆਪਣੀ ਕੋਈ ਹੋਂਦ ਅਸਲੀ ਨਹੀਂ ਹੈ ਅਤੇ ਇੱਕ ਤੋਂ ਇਲਾਵਾ ਕੋਈ ਹੋਰ ਖੁਦਾ ਨਹੀਂ ਹੈ। ਦਰਅਸਲ ਕਹਿਣ ਨੂੰ ਤਾਂ ਆਕਾਸ਼ ਵਿੱਚ ਅਤੇ ਧਰਤੀ ਉੱਤੇ ਦੇਵੀ ਦੇਵਤੇ ਭਾਵੇਂ ਬਹੁਤ ਸਾਰੇ ਹੋਣ, ਸ਼ਾਇਦ ਇੰਜ ਦੇ ਬਹੁਤ ਸਾਰੇ ਦੇਵੀ ਦੇਵਤੇ ਅਤੇ ਪ੍ਰਭੂ ਹੈ ਵੀ, ਪਰ ਫਿਰ ਵੀ ਜਿਸ ਤਰ੍ਹਾਂ ਮਰਜ਼ੀ ਹੋਵੇ, ਅਸਲ ਵਿੱਚ ਸਾਡੇ ਲਈ ਤਾਂ ਇੱਕ ਹੀ ਖੁਦਾ ਹੈ, ਬਾਪ, ਜਿਸ ਤੋਂ ਸਭ ਕੁਝ ਅਸਲੋਂ ਹੋਂਦ ਵਿੱਚ ਹੈ ਅਤੇ ਜਿਸ ਦੇ ਲਈ ਅਸੀਂ ਹੋਂਦ ਵਿੱਚ ਹਾਂ, ਅਤੇ ਇੱਕ ਹੀ ਪ੍ਰਭੂ ਹੈ, ਯਿਸੂ ਮਸੀਹ, ਜਿਸ ਦੇ ਵਸੀਲੇ ਸਭ ਕੁਝ ਦੀ ਹੋਂਦ ਹੈ ਅਤੇ ਜਿਸ ਦੇ ਵਸੀਲੇ ਅਸੀਂ ਹੋਂਦ ਵਿੱਚ ਹਾਂ। ਫਿਰ ਵੀ ਇਹ ਗਿਆਨ ਹਰ ਇੱਕ ਦੇ ਪੱਲੇ ਨਹੀਂ ਹੈ, ਕਿਉਂ ਜੋ ਕੁਝ ਲੋਕ ਮੂਰਤੀਆਂ ਦੇ ਇੰਨੇ ਆਦੀ ਹੋ ਗਏ ਹਨ ਕਿ ਉਹ ਹੁਣ ਤੱਕ ਉਸ ਭੋਜਨ ਨੂੰ ਸੱਚਮੁੱਚ ਮੂਰਤੀਆਂ ਨੂੰ ਚੜ੍ਹਾਇਆ ਹੋਇਆ ਸਮਝਦੇ ਹਨ ਜੋ ਉਹ ਖਾਂਦੇ ਹਨ, ਅਤੇ ਉਹਨਾਂ ਦਾ ਅੰਤਕਰਨ ਕਮਜ਼ੋਰ ਹੋਣ ਕਰਕੇ ਮੈਲਾ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਤੁਹਾਡੇ ਗਿਆਨ ਨਾਲ ਦੁਰਬਲ ਈਮਾਨਦਾਰ ਨਾਸ਼ ਹੁੰਦੇ ਹਨ, ਜਿਨ੍ਹਾਂ ਦੇ ਲਈ ਮਸੀਹ ਮਰਿਆ। ਪਰ ਇਸ ਤਰ੍ਹਾਂ ਜਦ ਤੁਸੀਂ ਆਪਣੇ ਭਰਾਵਾਂ ਦੇ ਵਿਰੁੱਧ ਪਾਪ ਕਰਦੇ ਅਤੇ ਉਹਨਾਂ ਦੇ ਅੰਤਕਰਨ ਨੂੰ ਜਦ ਉਹ ਦੁਰਬਲ ਹੈ ਸੱਟ ਲਾਉਂਦੇ ਹੋ, ਤਾਂ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ। ਇਸ ਲਈ ਜੇਕਰ ਭੋਜਨ ਮੇਰੇ ਭਰਾਵਾਂ ਦੇ ਲਈ ਠੋਕਰ ਦਾ ਕਾਰਨ ਬਣਦਾ ਹੈ, ਤਾਂ ਮੈਂ ਕਦੀ ਮਾਸ ਨਹੀਂ ਖਾਵਾਂਗਾ, ਕਿਤੇ ਇਹ ਨਾ ਹੋਵੇ ਕਿ ਮੈਂ ਆਪਣੇ ਭਰਾਵਾਂ ਦੇ ਲਈ ਠੋਕਰ ਦਾ ਕਾਰਨ ਬਣ ਜਾਵਾਂ। ਪ੍ਰਭੂ ਦੀ ਬਾਣੀ। ਖੁਦਾ ਦਾ ਧੰਨਵਾਦ ਹੋਵੇ। ਕਰੋ ਰੱਬ ਦੀ ਹੁਣ ਵਡਿਆਈ, ਕਰੋ ਰੱਬ ਦੀ ਹੁਣ ਵਡਿਆਈ, ਸਭ ਅਸਮਾਨਾਂ ਦੀ ਉਚਿਆਈ, ਸਭ ਅਸਮਾਨਾਂ ਦੀ ਉਚਿਆਈ, ਤਾਰੀਫ ਤਾਰੀਫ ਕਰੋ ਬੁਲੰਦੀ ਪਰ, ਕਰੋ ਤਾਰੀਫ ਤਾਰੀਫ ਕਰੋ ਬੁਲੰਦੀ ਪਰ। तारीफ करन फरिश्ते सारे, तारीफ करन फरिश्ते सारे, ओदियां फौजां मारन नारे, ओदियां फौजां मारन नारे, तारीफ तारीफ करो बुलंदी पर, करो तारीफ तारीफ करो बुलंदी पर।
चन सूरज चमकीले तारे, चन सूरज चमकीले तारे, सबे आसमान ते पानी सारे, सब आसमान ते पानी सारे, तारीफ तारीफ करो बुलंदी पर, करो तारीफ तारीफ करो बुलंदी पर, करो रब दी हुण वडियाई, करो रब दी हुण वडियाई, सबे आसमानां दी उचियाई, सब आसमानां दी उचियाई, तारीफ तारीफ करो बुलंदी पर, करो तारीफ तारीफ करो बुलंदी पर। हालेलुया 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 हालेलुया। सारियों कौमों तालियां बजाओ, जय जयकार नाल रब न पुकारो, सारियों कौमों तालियां बजाओ, जय जयकार नाल रब न पुकारो, क्योंकि खुदा है भला होई साडी है पना, सबनु सुनाओ सबनु सुनाओ, क्योंकि खुदा है भला होई साडी है पना, सबनु सुनाओ सबनु सुनाओ। हालेलुया 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 हालेलुया। प्रभु ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। 6 ਬਾਪ ਦੀ 27 ਆਇਤ ਤੋਂ 38 ਆਇਤ ਤੱਕ। ਪਰ ਮੈਂ ਤੁਹਾਨੂੰ ਜੋ ਸੁਣਦੇ ਹੋ ਕਹਿੰਦਾ ਹਾਂ, ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ, ਜੋ ਤੁਹਾਨੂੰ ਨਫ਼ਰਤ ਕਰਦੇ ਹਨ ਉਹਨਾਂ ਦੀ ਭਲਾਈ ਕਰੋ, ਜੋ ਤੁਹਾਨੂੰ ਸਰਾਪ ਦਿੰਦੇ ਹਨ ਉਹਨਾਂ ਨੂੰ ਆਸੀਸ ਦੇਵੋ, ਅਤੇ ਜੋ ਤੁਹਾਨੂੰ ਬੁਰਾ ਭਲਾ ਆਖਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ। ਜੋ ਤੁਹਾਡੀ ਗੱਲ ਉੱਤੇ ਚਪੇੜ ਮਾਰਦਾ ਹੈ ਦੂਜੀ ਵੀ ਉਸ ਵੱਲ ਫੇਰ ਦਿਓ, ਅਤੇ ਜੇਕਰ ਕੋਈ ਤੁਹਾਡਾ ਚੋਗਾ ਲੈ ਲੈਂਦਾ ਹੈ ਉਸ ਨੂੰ ਆਪਣਾ ਕੁੜਤਾ ਦੇਣ ਤੋਂ ਵੀ ਇਨਕਾਰ ਨਾ ਕਰੋ। ਹਰ ਕੋਈ ਜੋ ਤੁਹਾਥੋਂ ਮੰਗਦਾ ਹੈ ਉਸ ਨੂੰ ਦਿਓ, ਅਤੇ ਜੋ ਤੁਹਾਡੀਆਂ ਚੀਜ਼ਾਂ ਚੁੱਕ ਲੈ ਜਾਂਦਾ ਹੈ ਉਸ ਕੋਲੋਂ ਵਾਪਸ ਨਾ ਮੰਗੋ। ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਉਸੇ ਤਰ੍ਹਾਂ ਤੁਸੀਂ ਵੀ ਉਹਨਾਂ ਨਾਲ ਕਰੋ। ਜੇਕਰ ਤੁਸੀਂ ਉਹਨਾਂ ਨੂੰ ਹੀ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਇਸ ਵਿੱਚ ਤੁਹਾਡਾ ਕੀ ਅਹਿਸਾਨ ਹੈ, ਕਿਉਂਕਿ ਪਾਪੀ ਵੀ ਆਪਣੇ ਪਿਆਰ ਕਰਨ ਵਾਲਿਆਂ ਨੂੰ ਪਿਆਰ ਕਰਦੇ ਹਨ। ਜੇਕਰ ਤੁਸੀਂ ਉਹਨਾਂ ਦੀ ਭਲਾਈ ਕਰਦੇ ਹੋ ਜੋ ਤੁਹਾਡੀ ਭਲਾਈ ਕਰਦੇ ਹਨ, ਤਾਂ ਇਸ ਵਿੱਚ ਤੁਹਾਡਾ ਕੀ ਅਹਿਸਾਨ ਹੈ, ਕਿਉਂਕਿ ਪਾਪੀ ਵੀ ਇਸ ਤਰ੍ਹਾਂ ਕਰਦੇ ਹਨ। ਜੇਕਰ ਤੁਸੀਂ ਉਹਨਾਂ ਨੂੰ ਉਧਾਰ ਦਿੰਦੇ ਹੋ ਜਿਨ੍ਹਾਂ ਕੋਲੋਂ ਤੁਸੀਂ ਵਾਪਸ ਮਿਲਣ ਦੀ ਉਮੀਦ ਰੱਖਦੇ ਹੋ, ਤਾਂ ਇਸ ਵਿੱਚ ਤੁਹਾਡਾ ਕੀ ਅਹਿਸਾਨ ਹੈ। ਪਾਪੀ ਵੀ ਪੂਰਾ ਵਾਪਸ ਲੈਣ ਲਈ ਪਾਪੀਆਂ ਨੂੰ ਉਧਾਰ ਦਿੰਦੇ ਹਨ। ਪਰ ਤੁਸੀਂ ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ ਅਤੇ ਕੁਝ ਨਾ ਵਾਪਸ ਲੈਣ ਦੀ ਉਮੀਦ ਨਾਲ ਭਲਾਈ ਕਰੋ ਅਤੇ ਉਧਾਰ ਦਿਓ, ਫਿਰ ਤੁਹਾਡਾ ਇਨਾਮ ਮਹਾਨ ਹੋਵੇਗਾ ਅਤੇ ਤੁਸੀਂ ਪਰਮ ਉੱਚ ਖੁਦਾ ਦੇ ਬੱਚੇ ਠਹਿਰੋਗੇ, ਕਿਉਂਕਿ ਉਹ ਨਾ ਸ਼ੁਕਰੇ ਅਤੇ ਸਵਾਰਥੀ ਲੋਕਾਂ ਉੱਤੇ ਦਇਆ ਕਰਦਾ ਹੈ। ਦਿਆਲੂ ਬਣੋ ਜਿਸ ਤਰ੍ਹਾਂ ਤੁਹਾਡਾ ਪਿਤਾ ਦਿਆਲੂ ਹੈ। ਦੂਜਿਆਂ ਉੱਤੇ ਦੋਸ਼ ਨਾ ਲਾਓ ਅਤੇ ਤੁਹਾਡੇ ਉੱਤੇ ਵੀ ਦੋਸ਼ ਨਹੀਂ ਲਾਇਆ ਜਾਵੇਗਾ।
ਅਪਰਾਧੀ ਨਾ ਠਹਿਰਾਓ ਤਾਂ ਤੁਹਾਨੂੰ ਵੀ ਅਪਰਾਧੀ ਨਹੀਂ ਠਹਿਰਾਇਆ ਜਾਵੇਗਾ। ਮਾफ़ ਕਰੋ ਤੇ ਤੁਹਾਨੂੰ ਮਾफ़ ਕੀਤਾ ਜਾਵੇਗਾ। ਦਿਓ ਤੇ ਤੁਹਾਨੂੰ ਦਿੱਤਾ ਜਾਵੇਗਾ। ਚੰਗੇ ਮਾਪ ਵਿੱਚ ਦਬਾ ਦਬਾ ਕੇ ਹਿਲਾ ਹਿਲਾ ਕੇ ਉੱਤੋਂ ਦੀ ਡੁੱਲਦਾ ਹੋਇਆ ਤੁਹਾਡੀ ਝੋਲੀ ਵਿੱਚ ਪਾਇਆ ਜਾਵੇਗਾ, ਕਿਉਂਕਿ ਜਿਸ ਮਾਪ ਨਾਲ ਤੁਸੀਂ ਦਿੰਦੇ ਹੋ ਉਸੇ ਮਾਪ ਨਾਲ ਤੁਹਾਨੂੰ ਵੀ ਦਿੱਤਾ ਜਾਵੇਗਾ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਪ੍ਰਾਤ ਭੈਣੋ, ਅੱਜ ਦੀ ਅੰਜੀਲ ਦਾ ਪਾਠ ਸਾਡੇ ਸਾਰਿਆਂ ਦੇ ਲਈ ਬਿਲਕੁਲ ਸਾਫ਼ ਸੁਥਰਾ ਸਮਝਾਉਂਦਾ ਹੈ। ਅੰਜੀਲ ਦੇ ਪਹਿਲੇ ਪਾਠ ਵਿੱਚ ਪ੍ਰਭੂ ਯਿਸੂ ਮਸੀਹ ਸਾਨੂੰ ਖੁੱਲ੍ਹ ਦਿਲੀ ਤੇ ਦਲੇਰ ਹੋਣ ਲਈ ਕਹਿੰਦੇ ਹਨ ਕਿ ਤੁਸੀਂ ਦੂਸਰਿਆਂ ਉੱਤੇ ਦਇਆ ਕਰੋ, ਦੂਸਰਿਆਂ ਦਾ ਬਦਲਾ ਨਾ ਲਵੋ। ਜੇਕਰ ਤੁਹਾਡੇ ਕੋਲੋਂ ਕੋਈ ਚੀਜ਼ ਮੰਗਦਾ ਉਸ ਨੂੰ ਹੋਰ ਦੇਵੋ। ਮਤਲਬ ਸਾਨੂੰ ਵੱਧ ਤੋਂ ਵੱਧ ਕੁਛ ਕਰਨ ਲਈ ਕਿਹਾ ਜਾਂਦਾ ਹੈ, ਪਰ ਉਹਦਾ ਫਲ ਬਹੁਤ ਵੱਡਾ ਹੋਵੇਗਾ। ਜਿਸ ਤਰ੍ਹਾਂ ਕਿ ਲਿਖਿਆ ਹੋਇਆ, ਫਿਰ ਤੁਹਾਡਾ ਇਨਾਮ ਮਹਾਨ ਹੋਵੇਗਾ ਤੇ ਤੁਸੀਂ ਪਰਮ ਉੱਚ ਖੁਦਾ ਦੇ ਬੱਚੇ ਠਹਿਰੋਗੇ। ਇੱਕ ਬਹੁਤ ਵੱਡਾ ਵਰਦਾਨ ਹੈ ਸਾਡੇ ਸਾਰਿਆਂ ਦੇ ਲਈ ਕਿ ਅਸੀਂ ਪਰਮ ਉੱਚ ਖੁਦਾ ਦੇ ਬੱਚੇ ਠਹਿਰਾਂਗੇ। ਪਰ ਬੱਚੇ ਅਸੀਂ ਖੁਦਾ ਦੇ ਉਦੋਂ ਹੀ ਠਹਿਰਾਂਗੇ ਜਦੋਂ ਅਸੀਂ ਇੱਕ ਅਨੋਖੇ ਤਰੀਕੇ ਨਾਲ ਆਪਣੇ ਆਪ ਨੂੰ ਦੂਸਰਿਆਂ ਦੇ ਸਾਹਮਣੇ ਪੇਸ਼ ਕਰਾਂਗੇ। ਕਿਉਂਕਿ ਅੰਜੀਲ ਦਾ ਪਹਿਲਾ ਪਾਠ ਸਾਨੂੰ ਔਖੇ ਔਖੇ ਕੰਮ ਕਰਨ ਦੇ ਲਈ ਸਾਡੇ ਕੋਲੋਂ ਸਾਨੂੰ ਉਭਾਰਦਾ ਹੈ। ਸਾਨੂੰ ਕਹਿੰਦਾ ਹੈ ਕਿ ਜੇਕਰ ਸਾਨੂੰ ਕੋਈ ਬੁਰਾ ਭਲਾ ਕਹਿੰਦਾ ਹੈ ਅਸੀਂ ਉਸ ਲਈ ਪ੍ਰਾਰਥਨਾ ਕਰਨੀ। ਜੇ ਸਾਨੂੰ ਕੋਈ ਮਾਰਦਾ ਕੁੱਟਦਾ ਹੈ ਅਸੀਂ ਉਸ ਦਾ ਬਦਲਾ ਨਹੀਂ ਲੈਣਾ। ਜੇ ਸਾਡੇ ਕੋਲੋਂ ਕੋਈ ਚੀਜ਼ ਲੈ ਜਾਂਦਾ ਹੈ ਤਾਂ ਸਾਨੂੰ ਉਸ ਨੂੰ ਹੋਰ ਵੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਇਹ ਕੋਈ ਆਮ ਸਿੱਖਿਆ ਨਹੀਂ ਹੈ, ਇੱਕ ਅਲੱਗ ਸਿੱਖਿਆ ਹੈ, ਪਰ ਇਹ ਅਜਿਹੀ ਸਿੱਖਿਆ ਹੈ ਜੋ ਸਾਨੂੰ ਖੁਦਾ ਦੇ ਬੱਚੇ ਬਣਾਉਂਦੀ ਹੈ, ਜਿਸ ਦੇ ਬਦਲੇ ਸਾਨੂੰ ਮਹਾਨ ਵਰਦਾਨ ਦਿੱਤਾ ਜਾਵੇਗਾ, ਇੱਕ ਮਹਾਨ ਇਨਾਮ ਦਿੱਤਾ ਜਾਵੇਗਾ। ਅਤੇ ਬਾਈਬਲ ਦੇ ਜੇ ਅਸੀਂ ਦੇਖੀਏ ਉੱਥੇ ਦੱਸਿਆ ਗਿਆ ਕਿ ਜਿਸ ਤਰ੍ਹਾਂ ਤੁਸੀਂ ਦੂਸਰਿਆਂ ਨਾਲ ਕਰੋਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਕੀਤਾ ਜਾਵੇਗਾ। ਜੇ ਤੁਸੀਂ ਦੂਸਰਿਆਂ ਉੱਤੇ ਦੋਸ਼ ਨਹੀਂ ਲਾਓਗੇ ਤਾਂ ਤੁਹਾਡੇ ਉੱਤੇ ਦੋਸ਼ ਨਹੀਂ ਲੱਗੇਗਾ। ਜੇ ਤੁਸੀਂ ਦੂਸਰੇ ਨੂੰ ਮਾफ़ ਕਰੋਗੇ ਤਾਂ ਤੁਹਾਨੂੰ ਵੀ ਮਾफ़ ਕੀਤਾ ਜਾਵੇਗਾ। ਜੇ ਤੁਸੀਂ ਕਿਸੇ ਨੂੰ ਅਪਰਾਧੀ ਨਹੀਂ ਠਹਿਰਾਓਗੇ ਤਾਂ ਤੁਹਾਨੂੰ ਵੀ ਅਪਰਾਧੀ ਨਹੀਂ ਠਹਿਰਾਇਆ ਜਾਵੇਗਾ। ਕਿੰਨੀ ਵਧੀਆ ਸਿੱਖਿਆ ਹੈ ਕਿ ਜੇਕਰ ਅਸੀਂ ਕਿਸੇ ਨੂੰ ਕਿਸੇ ਤਰ੍ਹਾਂ ਪਰੇਸ਼ਾਨ ਨਹੀਂ ਕਰਦੇ, ਕਿਸੇ ਨੂੰ ਦੁਖੀ ਨਹੀਂ ਕਰਦੇ, ਕਿਸੇ ਨਾਲ ਧੋਖਾ ਨਹੀਂ ਕਰਦੇ, ਤਾਂ ਖੁਦਾ ਵੀ ਸਾਡੇ ਨਾਲ ਨਹੀਂ ਕਰੇਗਾ। ਜੋ ਅਸੀਂ ਇਸ ਦੁਨੀਆ ਵਿੱਚ ਕਰਦੇ ਹਾਂ ਉਸੇ ਦਾ ਫਲ ਹੀ ਖੁਦਾ ਨੇ ਸਾਨੂੰ ਦੇਣਾ ਹੈ। ਜਿਸ ਤਰ੍ਹਾਂ ਅਸੀਂ ਆਪਣੇ ਭੈਣ ਭਰਾਵਾਂ ਨਾਲ ਪੇਸ਼ ਆਉਂਦੇ ਹਾਂ ਇਸ ਧਰਤੀ ਉੱਤੇ, ਸਵਰਗ ਵਿੱਚ ਖੁਦਾ ਸਾਡੇ ਨਾਲ ਉਸ ਤਰ੍ਹਾਂ ਪੇਸ਼ ਆਵੇਗਾ। ਇਸ ਲਈ ਜੇ ਅਸੀਂ ਸੱਚਮੁੱਚ ਖੁਦਾ ਕੋਲੋਂ ਸਵਰਗੀ ਫਲ ਪਾਉਣਾ ਚਾਹੁੰਦੇ ਹਾਂ, ਸਵਰਗੀ ਇਨਾਮ ਪਾਉਣਾ ਚਾਹੁੰਦੇ ਹਾਂ, ਤਾਂ ਸਾਡਾ ਜੀਵਨ ਇਸ ਧਰਤੀ ਉੱਤੇ ਲੋਕਾਂ ਨਾਲ ਸਹੀ ਹੋਣਾ ਚਾਹੀਦਾ ਹੈ, ਪਿਆਰ ਵਾਲਾ ਹੋਣਾ ਚਾਹੀਦਾ ਹੈ, ਆਦਰ ਮਾਣ ਵਾਲਾ ਹੋਣਾ ਚਾਹੀਦਾ ਹੈ, ਦੂਸਰਿਆਂ ਦੇ ਹੱਕਾਂ ਨੂੰ ਉਹਨਾਂ ਨੂੰ ਦੇਣ ਵਾਲਾ ਹੋਣਾ ਚਾਹੀਦਾ ਹੈ, ਤਾਂ ਸਾਡੇ ਵੀ ਹੱਕ ਨਹੀਂ ਮਾਰੇ ਜਾਣਗੇ। ਜੇ ਅਸੀਂ ਖੁਦਾਈ ਬਰਕਤਾਂ ਪਾਉਣੀਆਂ ਚਾਹੁੰਦੇ ਹਾਂ, ਖੁਦਾਈ ਇਨਾਮ ਪਾਉਣਾ ਚਾਹੁੰਦੇ ਹਾਂ, ਸਵਰਗ ਵਿੱਚ ਪਹੁੰਚਣਾ ਚਾਹੁੰਦੇ ਹਾਂ, ਅਤੇ ਅੱਜ ਦੀ ਅੰਜੀਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਅਸੀਂ ਆਪਣੇ ਜੀਵਨ ਵਿਚਲਾ ਵਰਤਾਓ ਜਿਹੜਾ ਦੂਸਰਿਆਂ ਨਾਲ ਚੰਗੀ ਤਰ੍ਹਾਂ ਕਰੀਏ। ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਕੋਈ ਮੇਰੇ ਨਾਲ ਕਰੇ, ਮੇਰੇ ਨਾਲ ਪੇਸ਼ ਆਵੇ, ਉਸੇ ਤਰ੍ਹਾਂ ਮੈਨੂੰ ਵੀ ਦੂਸਰਿਆਂ ਨਾਲ ਪੇਸ਼ ਆਉਣਾ ਚਾਹੀਦਾ। ਬਹੁਤ ਹੀ ਸਿੰਪਲ, ਸਿੱਧੀ ਅਤੇ ਸਾਦੀ ਸਿੱਖਿਆ ਹੈ ਅਤੇ ਸਾਡੇ ਲਈ ਵੀ ਬਹੁਤ ਔਖਾ ਕੰਮ ਨਹੀਂ ਹੈ। ਮੈਂ ਇੱਜ਼ਤ ਚਾਹੁੰਦਾ ਹਾਂ ਤਾਂ ਮੈਨੂੰ ਵੀ ਦੂਸਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਪ੍ਰਭੂ ਯਿਸੂ ਮਸੀਹ ਇਹੀ ਚਾਹੁੰਦਾ ਹੈ ਸਾਡੇ ਤੋਂ, ਅਤੇ ਮੇਰੇ ਖਿਆਲ ਇਹ ਸੌਖਾ ਹੈ ਕਿ ਜੇ ਮੈਂ ਚਾਹੁੰਦਾ ਕਿ ਦੂਸਰੇ ਮੇਰੇ ਨਾਲ ਚੰਗੀ ਤਰ੍ਹਾਂ ਪੇਸ਼ ਆਉਣ, ਮੈਂ ਵੀ ਦੂਸਰਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਵਾਂ। ਅਤੇ ਇਸ ਲਈ ਖੁਦਾ ਪ੍ਰਭੂ ਯਿਸੂ ਮਸੀਹ ਸਾਨੂੰ ਅੱਜ ਅਲੱਗ ਸਿੱਖਿਆ ਦਿੰਦਾ ਹੈ।
ਜੋ ਸ਼ਾਇਦ ਹੋਰ ਕਿਸੇ ਧਰਮ ਵਿੱਚ ਨਾ ਲਿਖੀ ਗਈ ਹੋਵੇ ਕਿ ਜੇ ਤੁਹਾਨੂੰ ਕੋਈ ਮਾਰਦਾ ਹੈ ਉਹਨੂੰ ਮਾਫ ਕਰ ਦਿਓ, ਦੂਸਰੀ ਗੱਲ ਵੀ ਦੇ ਦਿਓ। ਜਦ ਕਿ ਸਾਡੇ ਮਨਾਂ ਵਿੱਚ, ਦਿਲਾਂ ਵਿੱਚ ਇੰਨਾ ਕੁ ਗੁੱਸਾ ਹੈ ਅੱਜ ਕੱਲ੍ਹ ਕਿ ਅਸੀਂ ਕਿਸੇ ਦੀ ਵੀ ਗੱਲ ਸਹਾਰ ਨਹੀਂ ਸਕਦੇ। ਵੱਡਿਆਂ ਦੀ ਗੱਲਾਂ ਨਹੀਂ ਅਸੀਂ ਸਹਾਰ ਸਕਦੇ। ਬੱਚੇ ਆਪਣੇ ਮਾਪਿਆਂ ਦੇ ਅੱਗੇ ਬੋਲਦੇ ਹਨ। ਮਾਪੇ ਕਈ ਵਾਰੀ ਗੁੱਸੇ ਵਿੱਚ ਆ ਕੇ ਬੱਚਿਆਂ ਨੂੰ ਬੁਰਾ ਭਲਾ ਕਹਿ ਦਿੰਦੇ ਨੇ। ਗੁਆਂਢੀ ਦੀ ਨਹੀਂ ਸੁਣ ਕੇ ਰਾਜੀ। ਅਜਿਹੇ ਸਮੇਂ ਦੇ ਵਿੱਚ ਅਸੀਂ ਇਹ ਸਿੱਖਿਆ ਨੂੰ ਕਿੱਦਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕਦੇ ਹਾਂ? ਔਖਾ ਹੈ, ਪਰ ਇਹ ਪ੍ਰਭੂ ਯਿਸੂ ਮਸੀਹ ਨੇ ਦੂਸਰਿਆਂ 'ਤੇ ਲਾਗੂ ਕਰਕੇ ਦਿਖਾਇਆ ਹੈ। ਉਸ ਨੇ ਆਪਣੇ ਵੈਰੀਆਂ ਨੂੰ ਮਾफ़ ਕਰ ਦਿੱਤਾ, ਜਿਨ੍ਹਾਂ ਨੇ ਉਸ ਦੀ ਬੇਇੱਜ਼ਤੀ ਕੀਤੀ ਉਹਨਾਂ ਨੂੰ ਮਾफ़ ਕਰ ਦਿੱਤਾ। ਉਹਨੇ ਹਰ ਇੱਕ ਨੂੰ ਮਾफ़ ਕਰਕੇ ਸਿਰਫ ਆਪਣਾ ਪਿਆਰ ਹੀ ਦਿਖਾਇਆ। ਬਸ ਉਹੀ ਪ੍ਰਭੂ ਯਿਸੂ ਮਸੀਹ ਸਾਡੇ ਕੋਲੋਂ ਮੰਗ ਕਰਦੇ ਹਨ ਕਿ ਜੇ ਤੁਸੀਂ ਮੇਰੀ ਪੈਰਵੀ ਕਰਨਾ ਚਾਹੁੰਦੇ ਹੋ, ਮੇਰੇ ਚੇਲੇ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਵੀ ਮੇਰੇ ਵਾਂਗ ਕਰਕੇ ਦਿਖਾਓ। ਬੇਸ਼ੱਕ ਇਹ ਸਿੱਖਿਆ ਔਖੀ ਹੈ, ਪਰ ਸਾਡੇ ਪਹਿਲਾਂ ਮਹਾਨ ਸੰਤ ਸੰਤਨੀਆਂ, ਪਾਕ ਲੋਕ, ਧੰਨ ਲੋਕ ਇਹ ਸਾਰਾ ਕਰਕੇ ਅੱਗੇ ਗਏ ਨੇ ਅਤੇ ਉਹਨਾਂ ਕੋਲੋਂ ਨਮੂਨਾ ਲੈਂਦੇ ਹੋਏ ਅਸੀਂ ਵੀ ਇਹ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕਦੇ ਹਾਂ ਅਤੇ ਪ੍ਰਭੂ ਯਿਸੂ ਮਸੀਹ ਦੀ ਪੈਰਵੀ ਕਰ ਸਕਦੇ ਹਾਂ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਸਾਡੇ ਕੋਲੋਂ ਚਾਹੁੰਦਾ ਹੈ। ਅਤੇ ਇਸ ਲਈ ਆਓ ਅਸੀਂ ਪਾਕ ਮਾਸ ਦੀ ਕੁਰਬਾਨੀ ਵਿੱਚ ਖੁਦਾ ਕੋਲੋਂ ਬਰਕਤ ਮੰਗੀਏ, ਉਹਨਾਂ ਸੰਤਾਂ ਦੀ ਸਿਫਾਰਿਸ਼ ਮੰਗੀਏ ਜਿਨ੍ਹਾਂ ਨੇ ਇਹ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਪੂਰੀਆਂ ਕੀਤਾ ਹੈ, ਅਤੇ ਅਸੀਂ ਵੀ ਇਸ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਪੂਰੀਆਂ ਕਰਨ ਦੇ ਲਾਇਕ ਬਣਦੇ ਹੋਏ ਪ੍ਰਭੂ ਯਿਸੂ ਮਸੀਹ ਦੀ ਪੈਰਵੀ ਕਰ ਸਕੀਏ। ਅਤੇ ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਨੀ ਵਿੱਚ ਖੁਦਾ ਦੀਆਂ ਖਾਸ ਬਰਕਤਾਂ ਮੰਗੀਏ ਅਤੇ ਖੁਦਾ ਦੇ ਪ੍ਰਤੀ ਆਪਣੇ ਆਪ ਨੂੰ ਯੋਗ ਬਣਾਈਏ। ਆਮੀਨ। ਯਿਸੂ ਸੂਲੀ ਵਾਲਿਆ ਸ਼ਾਫੀ, ਨਜ਼ਰਾਂ ਤੈਨੂੰ ਚੜਾਵਾਂ ਮੈਂ। ਯਿਸੂ ਸੂਲੀ ਵਾਲਿਆ ਸ਼ਾਫੀ, ਨਜ਼ਰਾਂ ਤੈਨੂੰ ਚੜਾਵਾਂ ਮੈਂ। ਗੀਤ ਤੇਰੇ ਨਾਲ ਸ਼ਾਫੀ, ਲੋਕਾਂ ਨੂੰ ਸੁਣਾਵਾਂ ਮੈਂ। ਗੀਤ ਤੇਰੇ ਨਾਲ ਸ਼ਾਫੀ, ਲੋਕਾਂ ਨੂੰ ਸੁਣਾਵਾਂ ਮੈਂ। ਤੇਰੇ ਵਿੱਚ ਦਰਬਾਰ ਮੈਂ ਆਇਆ, ਦਿਲ ਨਜ਼ਰਾਂ ਨਾਲ ਆਇਆ। ਤੇਰੇ ਵਿੱਚ ਦਰਬਾਰ ਮੈਂ ਆਇਆ, ਦਿਲ ਨਜ਼ਰਾਂ ਨਾਲ ਆਇਆ। ਮੇਰੇ ਦੀ ਕਰ ਰਹਿੰਦਾ ਸਾਇਆ, ਦੁੱਖਾਂ ਤੋਂ ਛੁੱਟ ਜਾਵਾਂ ਮੈਂ। ਮੇਰੇ ਦੀ ਕਰ ਰਹਿੰਦਾ ਸਾਇਆ, ਦੁੱਖਾਂ ਤੋਂ ਛੁੱਟ ਜਾਵਾਂ ਮੈਂ। ਯਿਸੂ ਸੂਲੀ ਵਾਲਿਆ ਸ਼ਾਫੀ, ਨਜ਼ਰਾਂ ਤੈਨੂੰ ਚੜਾਵਾਂ ਮੈਂ। ਗੀਤ ਤੇਰੇ ਨਾਲ ਸ਼ਾਫੀ, ਲੋਕਾਂ ਨੂੰ ਸੁਣਾਵਾਂ ਮੈਂ। ਰੋਜ਼ ਪੈ ਨੂੰ ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਸਾਡਾ ਬਾਪ ਤੁਹਾਡੀ ਅਤੇ ਮੇਰੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ, ਨਾਲੇ ਸਾਡੇ ਤੇ ਸਾਰੀ ਪਵਿੱਤਰ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਖੁਦਾ, ਤੂੰ ਹੀ ਸੱਚੀ ਭਗਤੀ ਅਤੇ ਸ਼ਾਂਤੀ ਦਾ ਸੋਮਾ ਹੈ। ਬਖਸ਼ ਦੇ ਕਿ ਇਸ ਪਾਕ ਭੇਦ ਦੇ ਮਨਾਏ ਜਾਣ ਨਾਲ ਅਸੀਂ ਤੇਰੇ ਮਹਾਨ ਜਲਾਲ ਦੀ ਸਹੀ ਆਰਾਧਨਾ ਕਰ ਸਕੀਏ ਅਤੇ ਤੇਰੇ ਬੱਚਿਆਂ ਵਿੱਚ ਏਕਤਾ ਅਤੇ ਸ਼ਾਂਤੀ ਹੋਰ ਮਜ਼ਬੂਤ ਹੋ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ।
ਹੈ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀਦਾਤਾ ਅਤੇ ਨਿਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਤਾਰ ਕੇ ਕੁਆਰੀ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸ ਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ, ਤਾਂ ਜੋ ਮੌਤ ਦਾ ਨਾਸ਼ ਕਰ ਸਕੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇਰੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਇਹ ਗਾਉਂਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਹੈ ਪ੍ਰਭੂ ਤੂੰ ਸੱਚਮੁੱਚ ਪਾਕ ਹੈ, ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨੇ ਨੂੰ ਪਵਿੱਤਰ ਕਰ, ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਦੇ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ, ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਸਾਹਿਬਾਨ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ, ਅਤੇ ਉਹਨਾਂ ਸਾਰਿਆਂ ਨੂੰ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ, ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਸਾਰੇ ਰਲ ਕੇ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਐ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ।
क्यों जो राज कुदरत ते जलाल युगो युग तेरा ही है। है प्रभु यीशु मसीह तो अपने रसूलों ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੀ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈਏ। ਲੈ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੈ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੈ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਤਨ ਉਹ ਹਨ ਜੋ ਇਸ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੇ ਛੱਤ ਥੱਲੇ ਆਵੇਂ ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਦੁਆ ਪਾਕ ਸ਼ਰਾਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਮ ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। आओ यीशु मेरा सहारा बन जाओ। आओ यीशु मेरा सहारा बन जाओ। डोले मेरी कश्ती डोले मेरी कश्ती किनारा बन जाओ। आओ यीशु मेरा सहारा बन जाओ। आओ यीशु मेरा सहारा बन जाओ। तेरे कर वसा में दुआए ओ मंगिए तेरे कर वसा में दुआए हो मंगिए। जिंदगी तो वध के दया तेरी चंगिए। जिंदगी तो वध के दया तेरी चंगिए। जान तो भी वध के जान तो भी वध के प्यारा बन जाओ। आओ यीशु मेरा सहारा बन जाओ। आओ यीशु मेरा सहारा बन जाओ। डोले मेरी कश्ती डोले मेरी कश्ती किनारा बन जाओ। आओ यीशु मेरा सहारा बन जाओ। आओ यीशु मेरा सहारा बन जाओ। वचना दी महक नाल मैनू महका दियो। वचना दी महक नाल मैनू महका दियो। दिल दी खेती च चंगे फलां नू गा दियो। दिल दी खेती च चंगे फलां नू गा दियो। मिठी खुशबू दा मिठी खुशबू दा नजारा बन जाओ। आओ यीशु मेरा सहारा बन जाओ। आओ यीशु मेरा सहारा बन जाओ। डोले मेरी कश्ती डोले मेरी कश्ती किनारा बन जाओ। आओ यीशु मेरा सहारा बन जाओ। आओ यीशु मेरा सहारा बन जाओ।
आओ यीशु मेरा सहारा बन जाओ। मैं संसार ਦਾ ਚਾਨਣ ਹਾਂ, ਜੋ ਮੇਰੀ ਪੈਰਵੀ ਕਰਦਾ ਹੈ ਉਹ ਹਨੇਰੇ ਵਿੱਚ ਨਹੀਂ ਭਟਕੇਗਾ, ਸਗੋਂ ਉਸ ਨੂੰ ਜੀਵਨ ਦਾ ਚਾਨਣ ਮਿਲੇਗਾ। ਅਸੀਂ ਪ੍ਰਾਰਥਨਾ ਕਰੀਏ। ਹੈ ਖੁਦਾ, ਸਾਡੇ ਬਾਪ, ਤੋਂ ਆਪਣੇ ਅਲਤਾਰ ਤੋਂ ਆਪਣੀ ਪਾਕ ਬਾਣੀ ਅਤੇ ਜੀਵਨ ਦੀ ਰੋਟੀ ਨਾਲ ਆਪਣੇ ਇਮਾਨਦਾਰਾਂ ਨੂੰ ਰਜਾਉਂਦਾ ਅਤੇ ਨਵਾਂ ਕਰਦਾ ਹੈ। ਆਪਣੇ ਬੇਟੇ ਦੀਆਂ ਇਹਨਾਂ ਸੁਗਾਤਾਂ ਦੇ ਰਾਹੀਂ ਸਾਡੀ ਮਦਦ ਕਰ, ਤਾਂ ਜੋ ਅਸੀਂ ਈਮਾਨ ਵਿੱਚ ਲਗਾਤਾਰ ਤਰੱਕੀ ਕਰਦੇ ਹੋਏ ਉਸ ਦੇ ਅਨੰਤ ਜੀਵਨ ਵਿੱਚ ਹਿੱਸੇਦਾਰ ਬਣ ਸਕੀਏ। ਉਹੀ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਅਰਪਣ ਕੀਤੀ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਚਾਹੀ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ऐ नहायत मेहरबान कुंवारी मरियम, भई कदे नहीं सुनिया गया कि कोई भी तेरी पनाह लभदियां, तेरी मदद विच आउंदियां, तेरी सिफारिश मंगदियां तेरे तो खाली गया होवे। ऐ कुंवारी कुंवारियां दी अते मेरी मां, मैं तसल्ली नाल मैं तेरे कोल नसा आउंदा हां अते तेरे अगे खलो के मैं गनाही रोंदा हां। ऐ दे तारे कलाम दी मां, मेरियां अर्ज़ां नूं हकीर ना जान, सगों मेहरबानी नाल सुन अते कबूल कर। आमीन। शांति दी रानी मुबारक मां मरियम साडे लई दुआ कर। यीशु मसीह ने खाक चुक पतवंता विच बिठाया। यीशु मसीह ने खाक चुक पतवंता विच बिठाया। धन्यवाद यीशु दा, धन्यवाद यीशु दा, धन्यवाद यीशु दा, धन्यवाद यीशु दा। यीशु मसीह ने खाक चुक पतवंता विच बिठाया। यीशु मसीह ने खाक चुक पतवंता विच बिठाया। धन्यवाद यीशु दा, धन्यवाद यीशु दा, धन्यवाद यीशु दा, धन्यवाद यीशु दा। यीशु मसीह मेरा मुक्ति दाता, जीवन सफल बनाउंदा। यीशु मसीह मेरा मुक्ति दाता, जीवन सफल बनाउंदा। मूर्खां नूं हत्थी चुक के आदर मान वधाउंदा। मूर्खां नूं हत्थी चुक के आदर मान वधाउंदा। आदर मान वधाउंदा, आदर मान वधाउंदा, आदर मान वधाउंदा, आदर मान वधाउंदा। पैसा चले असी कुराहे, पैसा चले असी कुराहे, सीधे रस्ते पाया। धन्यवाद यीशु दा, धन्यवाद यीशु दा, धन्यवाद यीशु दा, धन्यवाद यीशु दा। यीशु मसीह ने खाक चुक पतवंता विच बिठाया। यीशु मसीह ने खाक चुक पतवंता विच बिठाया। धन्यवाद यीशु दा, 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 धन्यवाद यीशु दा।